ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਰੀਡਿੰਗ ਵਿੱਚ ਕਰਨਾ ਹੈਗਾ ਸੈਕਸ਼ਨ ਆਪਣੇ ਕੋਲ ਹੈਗਾ ਟਰੂ ਫਾਲਸ ਐਂਡ ਨਾਟ ਗਿਵਨ। ਫਸਟ ਆਫ ਆਲ ਆਪਾਂ ਪੈਸੇਜ ਦਾ ਨੇਮ ਦੇਖ ਲਈਏ, ਹੈਨਰੀ ਮੂਰੇ। ਠੀਕ ਹੈ, ਕਿਸੇ ਪਰਸਨ ਦਾ ਨੇਮ ਦਿੱਤਾ ਹੈਗਾ, ਠੀਕ ਆ, ਅਤੇ ਉਹਦਾ ਲਾਈਫ ਟਾਈਮ ਦਿੱਤਾ ਹੈਗਾ ਗਾ, ਅਤੇ ਉਹਦੇ ਹੁਣ ਆਪਾਂ ਨੂੰ ਪਤਾ ਲੱਗੇਗਾ ਕਿ ਇੱਕ ਪਰਸਨ ਦਾ ਸਪੈਸ਼ਲੀ ਨੇਮ ਦਿੱਤਾ ਹੈਗਾ ਪੈਸੇਜ ਨੇਮ, ਐਜ਼ ਅ ਪੈਸੇਜ ਨੇਮ। ਤਾਂ ਫਿਰ ਇਹਦੇ ਵਿੱਚ ਜਿਹੜਾ ਹੈਗਾ ਉਹਦੀ ਸਾਰੀ ਜਿਹੜੇ ਲਾਈਫ ਬਾਰੇ ਗੱਲ ਹੋਈ ਹੋਊਗੀ। ਠੀਕ ਆ, ਹੁਣ ਆਪਣੇ ਪੈਸੇਜ ਤੋਂ ਪਤਾ ਲੱਗਿਆ। ਹੁਣ ਆਪਾਂ ਜਿਹੜੇ ਟਿਪਸ ਐਂਡ ਟ੍ਰਿਕਸ ਦੀ ਗੱਲ ਕਰਨੀ ਹੈਗੀ ਹੈ ਕਿ ਜਿਹੜੇ ਆਪਾਂ ਟਰੂ ਫਾਲਸ ਐਂਡ ਨਾਟ ਗਿਵਨ ਕਿੱਦਾਂ ਜਿਹੜੇ ਸੋਲਵ ਕਰਨੇ ਹੈਗੇ ਆ। ਹੁਣ ਆਪਾਂ ਦੇਖਦੇ ਹਾਂ ਆਪਣੇ ਕੋਲੇ ਫਸਟ ਕੀ ਆ। ਦੇਖੋ ਆਪਣੇ ਕੋਲ ਟਰੂ ਫਾਲਸ ਐਂਡ ਨਾਟ ਗਿਵਨ, ਇਹ ਆਪਾਂ ਧਿਆਨ ਰੱਖਣਾ ਹੈਗਾ ਗਾ ਯੈਸ ਨੋ। ਜੇ ਆਪਾਂ ਲਾ ਦਾਂਗੇ ਟਰੂ ਨੂੰ ਯੈਸ ਲਾ ਦਾਂਗੇ, ਫਾਲਸ ਨੂੰ ਨੋ ਲਾ ਦਾਂਗੇ, ਤਾਂ ਇਹ ਆਪਣਾ ਗਲਤ ਹੋ ਜਾਊਗਾ। ਸੋ ਆਪਾਂ ਜਿਹੜਾ ਟਰੂ ਨੂੰ ਟਰੂ ਲਾਉਣਾ ਹੈ ਨਾ, ਫਾਲਸ ਨੂੰ ਫਾਲਸ ਲਾਉਣਾ। ਯੈਸ ਜੇ ਆਪਾਂ ਨੂੰ ਯੈਸ ਦਿੱਤਾ ਤਾਂ ਯੈਸ ਲਾਉਣਾ, ਨੋ ਦਿੱਤਾ ਤਾਂ ਨੋ ਲਾਉਣਾ। ਠੀਕ ਹੈ, ਨਾਟ ਗਿਵਨ ਸੇਮ ਹੁੰਦਾ ਉਹ। ਦੇਖੋ ਫਸਟ ਆਪਾਂ ਹੁਣ ਜਿਹੜੀ ਟ੍ਰਿਕ ਆ ਉਹ ਸਿੱਖੀਏ ਕਿ ਸੋਲਵ ਕਿੱਦਾਂ ਕਰਨੇ ਹੈਗੇ ਆ। ਅੱਜ ਆਪਣੇ ਕੋਲ ਇੱਥੇ 7 ਹੈਗੇ, ਜਿਹੜੇ 7 ਮੈਂ ਸੋਲਵ ਕਰਕੇ ਦੱਸੂੰਗੀ। ਇਹ ਵਿੱਚ ਟਰੂ ਵੀ ਹੋਣਗੇ ਹੈ ਨਾ, ਫਾਲਸ ਵੀ ਹੋਣਗੇ, ਨਾਟ ਗਿਵਨ ਵੀ ਹੋਣਗੇ, ਅਤੇ ਹਰੇਕ ਨੂੰ ਆਪਾਂ ਡਿਸਕਸ ਕਰਾਂਗੇ ਕਿ ਕਿੱਦਾਂ ਜਿਹੜਾ ਹੈਗਾ ਸੋਲਵ ਕੀਤਾ ਜਾਂਦਾ। ਜੇ ਤੁਸੀਂ ਇਹ ਮੈਥਡ ਜਿਹੜਾ ਰੀਡਿੰਗ ਨੂੰ ਸੋਲਵ ਕਰਨ ਦਾ ਸਿੱਖ ਲਿਆ ਹੈ ਨਾ, ਅਤੇ ਜਿਹੜੇ ਟਰੂ ਫਾਲਸ ਅਤੇ ਨਾਟ ਗਿਵਨ ਵਿੱਚ ਇਹਨਾਂ ਵਿੱਚ ਕੋਈ ਇਸ ਸੈਕਸ਼ਨ ਵਿੱਚ ਕੋਈ ਵੀ ਗਲਤੀ ਨਹੀਂ ਹੋਊਗੀ ਅੱਜ ਤੋਂ ਬਾਅਦ। ਦੇਖੀਏ ਹੁਣ ਫਸਟ ਆਫ ਆਲ ਆਪਣੇ ਕੋਲ ਕੀ ਹੈਗਾ। ਔਨ ਲੀਵਿੰਗ ਸਕੂਲ ਮੂਰੇ ਡਿਡ ਵਟ ਹਿਜ਼ ਫਾਦਰ ਵਾਂਟਡ ਹਿਮ ਟੂ ਡੂ। ਸਕੂਲ ਦੀ ਗੱਲ ਕੀਤੀ, ਲੀਵਿੰਗ ਸਕੂਲ ਦੀ। ਉਹ ਕਹਿੰਦੇ ਮੂਰੇ, ਉਹ ਨਾਮ ਪਰਸਨ ਦਾ ਹੈਨਰੀ ਮੂਰੇ ਪੈਸੇਜ ਦਾ ਨੇਮ ਸੀ ਨਾ, ਮੂਰੇ ਦੀ ਗੱਲ ਹੋ ਰਹੀ ਹੈ। ਉਹ ਕਹਿੰਦੇ ਡਿਡ ਕੀਤਾ ਕਿ ਵਟ ਹਿਜ਼ ਫਾਦਰ ਜੋ ਉਹਦੇ ਪਿਤਾ ਜੀ ਚਾਹੁੰਦੇ ਸੀਗੇ ਉਹਨੇ ਉਹੀ ਕੀਤਾ ਹੈ ਨਾ। ਉਹ ਕਹਿੰਦੇ ਵੀ ਇਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਇਹ ਗੱਲ ਦਿੱਤੀ ਹੈ ਸੈਂਟੈਂਸ ਦੇ ਵਿੱਚ। ਉਹ ਕਹਿੰਦੇ ਜਿਹੜੇ ਉਹਦੇ ਪਿਤਾ ਚਾਹੁੰਦੇ ਸੀ ਸਕੂਲ ਟਾਈਮ, ਮੂਰੇ ਨੇ ਉਹੀ ਕੀਤਾ ਸੀਗਾ। ਠੀਕ ਆ, ਹੁਣ ਆਪਾਂ ਪੈਸੇਜ ਦੇ ਵਿੱਚ ਦੇਖਣਾ ਹੈਗਾ ਵੀ ਇਹ ਕੀਤਾ ਕਿ ਨਹੀਂ। ਜੇ ਉਹਨੇ ਕਿਹਾ ਵੀ ਹਾਂਜੀ ਜਿਹੜਾ ਉਹਦੇ ਫਾਦਰ ਨੇ ਕਿਹਾ ਸੀ ਉਹੀ ਕੁਛ ਕੀਤਾ ਉਹਨੇ ਹੈ ਨਾ, ਤਾਂ ਫਿਰ ਇਹਦੇ ਵਿੱਚ ਆਪਣਾ ਟਰੂ ਆ ਜਾਊਗਾ। ਜੇ ਉਹਨਾਂ ਨੇ ਕਹਿਤਾ ਕਿ ਨਹੀਂ ਉਹਦੇ ਉਲਟ ਕੀਤਾ ਤਾਂ ਫਾਲਸ। ਠੀਕ ਆ, ਅਦਰਵਾਈਜ਼ ਨਾਟ ਗਿਵਨ ਆ ਜਾਊਗਾ। ਦੇਖੋ ਹੁਣ ਆਪਾਂ ਦੇਖਦੇ ਹਾਂ ਵੀ ਆਪਾਂ ਕੀਵਰਡ ਲੈਣਾ ਹੈਗਾ। ਟ੍ਰਿਕ ਆਪਣੇ ਕੋਲ ਇਹੀ ਹੈ ਕਿ ਆਪਾਂ ਕੀਵਰਡ ਪਿਕਅਪ ਕਰਨਾ। ਕੀਵਰਡ ਆਪਣਾ ਇਹਦੇ ਵਿੱਚ ਕਿਹੜਾ ਕਰਾਂਗੇ, ਲਿਵਿੰਗ ਸਕੂਲ ਜਿਹੜਾ ਮੇਨ ਕੀਵਰਡ ਆਪਣੇ ਕੋਲ, ਐਂਡ ਹੈਗਾ ਇੱਕ ਫਾਦਰ। ਠੀਕ ਆ, 2 ਕੀਵਰਡ ਪਿਕਅਪ ਕੀਤੇ, ਜਸਟ ਆਪਾਂ ਪੈਸੇਜ 'ਤੇ ਚੱਲਣਾ। ਠੀਕ ਆ, ਦੇਖੋ ਆਪਾਂ ਨੂੰ ਮਿਲ ਗਿਆ ਲਿਵਿੰਗ ਸਕੂਲ। ਠੀਕ ਆ, ਆਪਾਂ ਨੂੰ ਜਿਹੜਾ ਕੀਵਰਡ ਚਾਹੀਦਾ ਸੀਗਾ ਉਹ ਵਾਲਾ ਮਿਲ ਗਿਆ ਹੈ ਨਾ। ਨੈਕਸਟ ਆਪਣੇ ਕੋਲ ਸੈਕਿੰਡ ਕੀਵਰਡ ਸੀਗਾ ਫਾਦਰ। ਹੁਣ ਆਪਾਂ ਨੂੰ ਪਤਾ ਲੱਗ ਗਿਆ ਜਿਹੜੀ ਲੋਕੇਸ਼ਨ, ਆਪਾਂ ਐਕੂਰੇਟ ਲੋਕੇਸ਼ਨ 'ਤੇ ਪਹੁੰਚ ਗਏ ਹਾਂ। ਹੁਣ ਆਪਾਂ ਦੇਖਣਾ ਕਿ ਆਨਸਰ ਜਿਹੜਾ ਉਹ ਕਿੱਦਾਂ ਫਾਈਂਡ ਕਰੀਦਾ। ਠੀਕ ਆ, ਦੇਖੋ ਆਫਟਰ ਲੀਵਿੰਗ ਸਕੂਲ ਮੂਰੇ ਹੋਪ ਟੂ ਬਿਕਮ ਅ ਸਕਲਪਚਰ ਬਟ ਇੰਸਟੈਡ, ਉਹ ਬਣਨਾ ਚਾਹੁੰਦਾ, ਸਕਲਪਚਰ ਬਣਨਾ ਚਾਹੁੰਦਾ ਸੀ, ਬਟ ਉਹ ਇੰਸਟੈਡ ਉਹ ਕੀ ਕਹਿੰਦੇ ਆ, ਹੀ ਕੰਪਲਾਈਡ ਵਿਦ ਹਿਜ਼ ਫਾਦਰ ਵਿਸ਼। ਪਰ ਉਹਨੇ ਕੀ ਕੀਤਾ, ਉਸ ਵਿਸ਼ ਨੂੰ ਮੰਨਿਆ, ਦੈਟ ਹੀ ਟ੍ਰੇਨਸ ਐਜ਼ ਅ ਸਕੂਲ ਟੀਚਰ। ਠੀਕ ਆ, ਪਰ ਉਹਦੇ ਜਿਹੜੇ ਪਿਤਾ ਉਹਨਾਂ ਨੇ ਕਿਹੜੀ ਆਪਣੀ ਫਾਦਰ ਦੀ ਵਿਸ਼ ਮੰਨਿਆ। ਆਪਣੀ ਤਾਂ ਗੱਲ ਇੱਥੇ ਹੀ ਹੋ ਗਈ ਨਾ ਕਿ ਮੈਚ ਕਰ ਗਿਆ। ਉਹਨਾਂ ਨੇ ਕਹਿਤਾ ਕਿ ਜੋ ਫਾਦਰ ਨੇ ਕੀਤਾ ਸੀ ਉਹੀ, ਹਾਂ ਉਹਨੇ ਫਾਦਰ ਦੀ ਜਿਹੜੀ ਗੱਲ ਨੂੰ ਮੰਨ ਲਿਆ ਸੀਗਾ ਕਿ ਉਹ ਟ੍ਰੇਨ ਕੀਤੀ ਐਜ਼ ਅ ਸਕੂਲ ਟੀਚਰ। ਠੀਕ ਆ, ਅਤੇ ਜਿਹੜੀ ਆਪਣੀ ਇਨਫੋਰਮੇਸ਼ਨ ਬਿਲਕੁਲ ਮੈਚ ਕਰ ਗਈ ਹੈ ਤਾਂ ਆਨਸਰ ਆਪਣਾ ਆ ਜਾਊਗਾ ਟਰੂ। ਦੇਖੋ ਕੁਛ ਨਹੀਂ ਕਰਨਾ, ਕੀਵਰਡ ਜਸਟ ਲੈਣੇ ਆ, ਤਾਂ ਲੋਕੇਸ਼ਨ ਦੇਖਣੀ ਹੈ, ਲੋਕੇਸ਼ਨ ਤੋਂ ਬਾਅਦ ਉੱਥੇ ਪੜ੍ਹ ਕੇ ਆਪਣਾ ਜਿਹੜਾ ਆਨਸਰ ਹੋਊਗਾ ਆਪਣੇ ਆਪ ਆਪਾਂ ਨੂੰ ਪਤਾ ਚੱਲ ਜੂਗਾ। ਹੁਣ ਆਪਾਂ ਸੈਕਿੰਡ ਦੇਖ ਲੈਂਦੇ ਹਾਂ, ਥੋੜ੍ਹਾ ਜਿਹਾ ਹੋਰ ਜ਼ਿਆਦਾ ਆਪਾਂ ਨੂੰ ਕਲੀਅਰਟੀ ਹੋ ਜੂਗੀ। ਦੇਖੋ ਮੂਰੇ ਬਿਗਨ ਸਟੱਡਿੰਗ ਸਕਲਪਚਰ ਇਨ ਹਿਜ਼ ਫਸਟ ਟਰਮ ਐਟ ਦ ਲੀਡ ਸਕੂਲ ਆਫ ਆਰਟ। ਠੀਕ ਆ, ਉਹ ਕਹਿੰਦੇ ਮੂਰੇ ਨੇ ਸਟਾਰਟ ਕਰਤੀ ਸਟੱਡੀ ਕਾਹਦੀ, ਸਕਲਪਚਰ ਦੀ ਸਟੱਡੀ ਸਟਾਰਟ ਕਰਤੀ ਇਨ ਹਿਜ਼ ਜਿਹੜੇ ਫਸਟ ਟਰਮ ਸੀਗੀ ਉਹਦੀ। ਠੀਕ ਆ, ਹੈ ਨਾ, ਜਾਣੀ ਕਿ ਪਹਿਲੀ ਆਪਾਂ ਕਹਿੰਦੇ ਪਹਿਲੀ ਟਰਮ ਦੇ ਵਿੱਚ ਉਹਨੇ ਕਰਤੀ ਸੀਗੀ ਕਿੱਥੇ, ਦ ਲੀਡ ਸਕੂਲ ਆਫ ਆਰਟ। ਆਪਣੇ ਕੋਲ ਲੋਕੇਸ਼ਨ ਜਿਹੜੀ ਹੈ, ਸੌਰੀ ਕੀਵਰਡ ਜਿਹੜਾ ਹੈਗਾ ਮੇਨ ਕੀ ਆ, ਲੀਡ ਸਕੂਲ ਆਫ ਆਰਟ। ਠੀਕ ਆ, ਆਪਾਂ ਇਹ 'ਤੇ ਜਾਣਾ ਜਿਹੜੀ ਲੀਡ ਸਕੂਲ ਆਫ, ਫਿਰ ਆਪਾਂ ਦੇਖਣਾ ਕਿ ਉਹਨੇ ਸਟੱਡੀ ਕਾਹਦੀ ਜਿਹੜੀ ਫਸਟ ਟਰਮ ਵਿੱਚ ਸਟਾਰਟ ਕੀਤੀ ਸੀਗੀ। ਠੀਕ ਆ, ਫਸਟ ਟਰਮ ਹੋ ਗਈ ਆਪਣੀ, ਐਂਡ ਲੀਡ ਸਕੂਲ ਆਫ ਆਰਟ ਮੇਨ ਆਪਣੇ ਕੋਲ ਕੀਵਰਡ ਹੈ, ਲੀਡ ਸਕੂਲ ਆਫ ਆਰਟ। ਦੇਖੋ ਇੱਕ ਗੱਲ ਹੋਰ ਆਪਣੇ ਕੋਲ ਇੱਥੇ, ਜੇ ਹੁਣ ਆਪਣਾ ਇੰਨਾ ਹੋ ਗਿਆ, ਜਿਹੜਾ ਆਪਾਂ ਇਹ ਵਾਲਾ ਨਹੀਂ ਪੜ੍ਹਿਆ ਹੈਗਾ, ਇਹਦੇ ਨਾਲ ਆਪਣਾ ਟਾਈਮ ਸੇਵ ਹੁੰਦਾ। ਠੀਕ ਆ, ਕਿਉਂਕਿ ਆਪਾਂ ਤਾਂ ਸਿੱਧਾ ਜਿਹੜਾ ਕੀਵਰਡ ਲੈ ਕੇ ਇੱਥੋਂ ਤੱਕ ਆ ਗਏ ਸੀ, ਇਹ ਵਾਲਾ ਤਾਂ ਆਪਾਂ ਨੂੰ ਪੜ੍ਹਨ ਦੀ ਲੋੜ ਨਹੀਂ ਪਈ, ਤਾਂ ਆਪਣਾ ਟਾਈਮ ਸੇਵ ਹੋ ਗਿਆ। ਠੀਕ ਆ, ਹੁਣ ਆਪਾਂ ਨੂੰ ਇਹ ਵੀ ਪਤਾ ਲੱਗਾ ਕਿ ਜਿਹੜਾ ਸੈਕਿੰਡ ਆ ਉਹ ਹੁਣ ਉੱਤੇ ਹੋ ਨਹੀਂ ਸਕਦਾ, ਕਿਉਂਕਿ ਇੱਥੋਂ ਤੱਕ ਫਸਟ ਦਾ ਆਨਸਰ ਆ ਗਿਆ, ਜਿਹੜਾ ਸੈਕਿੰਡ ਉਹ ਨੀਚੇ ਹੀ ਹੋਏਗਾ। ਠੀਕ ਆ, ਹੁਣ ਦੇਖ ਲਈਏ ਆਪਾਂ ਨੂੰ ਲੀਡ ਸਕੂਲ ਕਿੱਥੇ ਮਿਲਦਾ। ਦੇਖੋ ਸੈਕਿੰਡ ਜਿਹੜਾ ਪੈਰਾਗ੍ਰਾਫ ਉਹਦੇ ਵਿੱਚ ਆਪਾਂ ਨੂੰ ਫਸਟ ਲਾਈਨ 'ਚ ਹੀ ਮਿਲ ਗਿਆ ਲੀਡ ਸਕੂਲ ਆਫ ਆਰਟ। ਠੀਕ ਆ, ਆਪਾਂ ਨੂੰ ਪਤਾ ਲੱਗ ਗਿਆ ਜਿਹੜੀ ਲੋਕੇਸ਼ਨ ਉਹ ਇੱਥੇ ਹੀ ਆ, ਅਤੇ ਉੱਥੇ ਆਪਾਂ ਨੂੰ ਫਸਟ ਟਰਮ ਦਿੱਤੀ ਸੀ, ਇੱਥੇ ਫਸਟ ਈਅਰ ਦਿੱਤਾ। ਠੀਕ ਆ, ਹੁਣ ਆਪਾਂ ਦੇਖਦੇ ਹਾਂ ਆਪਣੀ ਲੋਕੇਸ਼ਨ ਤਾਂ ਜਿਹੜੀ ਪੱਕੀ ਹੋ ਗਈ ਹੈ, ਪੜ੍ਹ ਲਈਏ। ਆਫਟਰ ਦਾ ਵਾਰ, ਠੀਕ ਆ, ਵਾਰ ਤੋਂ ਬਾਅਦ
ਮੂਰੇ ਇਨਰੋਲਡ ਐਟ ਦ ਲੀਡ ਸਕੂਲ ਆਫ ਆਰਟ, ਠੀਕ ਆ, ਉੱਥੇ ਉਹ ਚਲਾ ਗਿਆ ਜਿਹੜਾ ਸਕੂਲ ਸੀਗਾ ਲੀਡ ਸਕੂਲ ਆਫ ਆਰਟ, ਵੇਅਰ ਹੀ ਸਟੱਡੀਡ ਫॉर 2 ਈਅਰਸ। ਉੱਥੇ ਉਹਨੇ ਕਿੰਨੇ ਸਾਲ ਦੀ ਪੜ੍ਹਾਈ ਕੀਤੀ? 2 ਸਾਲ ਦੀ ਪੜ੍ਹਾਈ ਕੀਤੀ ਉਹਨੇ, ਠੀਕ ਆ। ਇਨ ਹਿਜ਼ ਫਸਟ ਈਅਰ, ਹੁਣ ਫਸਟ ਟਰਮ ਦੀ ਗੱਲ ਆ ਗਈ, ਉਹ ਕਹਿੰਦੇ ਇਨ ਹਿਜ਼ ਫਸਟ ਈਅਰ ਹੀ ਸਪੈਂਡ ਮੋਸਟ ਆਫ ਹਿਜ਼ ਟਾਈਮ ਡਰਾਇੰਗ, ਠੀਕ ਆ। ਡਰਾਇੰਗ ਵਿੱਚ ਉਹਨੇ ਜਿਹੜਾ ਸੀਗਾ ਫਸਟ ਸਾਲ ਉਹਨੇ ਡਰਾਇੰਗ ਵਿੱਚ ਕਰ ਦਿੱਤਾ ਹੈਗਾ, ਸਪੈਂਡ ਕਰਤਾ ਆਲਮੋਸਟ ਸਾਰਾ ਸਾਲ। although he wanted to study sculpture, ਠੀਕ ਆ, ਉੱਥੇ ਉਹਨਾਂ ਨੇ ਕਿਹਾ ਸੀ ਸਕਲਪਚਰ ਦੀ ਉਹਨਾਂ ਨੇ ਜਿਹੜੀ ਸਟੱਡੀ ਸਟਾਰਟ ਕਰਤੀ ਸੀ, ਬਟ ਉਹ ਕਹਿੰਦੇ ਨਹੀਂ ਵੀ ਉਸ ਮਤਲਬ ਕਿ ਚਾਹੁੰਦਾ ਸੀਗਾ, although ਭਾਵੇਂ ਉਹ ਚਾਹੁੰਦਾ ਸੀਗਾ, ਠੀਕ ਆ, ਬਟ ਨੋ ਟੀਚਰ ਵਾਜ਼ ਅਪੋਇੰਟਡ, ਉੱਥੇ ਕੋਈ ਟੀਚਰ ਨਹੀਂ ਸੀਗਾ ਅੰਟਿਲ ਹਿਜ਼ ਸੈਕਿੰਡ ਈਅਰ, ਮਤਲਬ ਉਹਨੇ ਸੈਕਿੰਡ ਈਅਰ ਵਿੱਚ ਸਟਾਰਟ ਕੀਤੀ, ਕਿਉਂਕਿ ਸੈਕਿੰਡ ਈਅਰ ਤੋਂ ਪਹਿਲਾਂ ਤਾਂ ਟੀਚਰ ਹੀ ਹੈ ਨਹੀਂ ਸੀਗਾ, ਠੀਕ ਆ, ਸਕਲਪਚਰ ਨੂੰ ਪੜ੍ਹਾਉਣ ਵਾਲਾ, ਇਸ ਲਈ ਉਹਨੇ ਜਿਹੜੀ ਉਹ ਸਟੱਡੀ ਸੀਗੀ ਉਹ ਨਹੀਂ ਸਟਾਰਟ ਕੀਤੀ ਸੀਗੀ ਪਹਿਲੀ ਸਾਲ, ਜਾਣੀ ਕਿ ਪਹਿਲੀ ਟਰਮ ਦੇ ਵਿੱਚ। ਤਾਂ ਆਪਣੀ ਜਿਹੜੀ ਇਨਫੋਰਮੇਸ਼ਨ ਆ ਉਹ ਬਿਲਕੁਲ ਕੌਂਟਰਾਡਿਕਟ ਕਰ ਗਈ, ਤਾਂ ਆਪਣਾ ਆਂਸਰ ਆ ਜਾਊਗਾ ਇੱਥੇ ਫਾਲਸ। ਨੈਕਸਟ ਹੁਣ ਆਪਾਂ ਦੇਖ ਲਈਏ, ਵੈਨ ਮੂਰੇ ਸਟਾਰਟਡ ਐਟ ਅ ਰਾਇਲ ਕਾਲਜ ਆਫ ਆਰਟਸ, ਠੀਕ ਆ, ਜਾਣੀ ਕਿ ਮੂਰੇ ਨੇ ਸਟਾਰਟ ਕੀਤਾ ਕਿਹੜਾ ਰਾਇਲ ਕਾਲਜ ਦੇ ਵਿੱਚ ਜਦੋਂ ਉਹਨੇ ਸਟੱਡੀ ਸਟਾਰਟ। ਇਟ ਇਜ਼ ਰੈਪੂਟੇਸ਼ਨ ਫॉर ਟੀਚਿੰਗ ਸਕਲਪਚਰ ਵਾਜ਼ ਐਕਸੀਲੈਂਟ, ਠੀਕ ਆ, ਉਹਨੇ ਜਦੋਂ ਰਾਇਲ ਕਾਲਜ ਨੂੰ ਸਟਾਰਟ ਕੀਤਾ ਸੀਗਾ ਹੈ ਨਾ, ਅਤੇ ਉਹਦੀ ਜਿਹੜੀ ਟੀਚਿੰਗ ਦੀ ਮਤਲਬ ਸੀਗੀ ਹੈ ਨਾ ਰੈਪੂਟੇਸ਼ਨ, ਉਹ ਬੜੀ ਵਧੀਆ ਸੀ, ਉਹ ਕਹਿੰਦੇ ਐਕਸੀਲੈਂਟ ਸੀਗੀ, ਠੀਕ ਆ। ਹੁਣ ਆਪਣੇ ਕੋਲ ਮੇਨ ਕੀਵਰਡ ਹੈਗਾ ਕਿ ਰਾਇਲ ਕਾਲਜ ਆਫ ਆਰਟ, ਠੀਕ ਆ। ਹੁਣ ਆਪਾਂ ਇਸ 'ਤੇ ਜਾਂਦੇ ਹਾਂ ਕੀਵਰਡ 'ਤੇ। ਦੇਖੋ ਆਪਾਂ ਜਿਹੜਾ ਸੈਕਿੰਡ ਸੀਗਾ ਇੱਥੋਂ ਤੱਕ ਹੋ ਗਿਆ ਸੀ ਨਾ, ਸੈਕਿੰਡ ਆਪਣਾ ਇੱਥੋਂ ਤੱਕ ਹੋ ਗਿਆ, ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਇੰਨਾ ਨਹੀਂ ਪੜ੍ਹਨਾ। ਹੁਣ ਆਪਾਂ ਰਾਇਲ ਕਾਲਜ ਦੇਖਣਾ, ਇਸ ਤੋਂ ਨੀਚੇ ਹੀ ਦੇਖਾਂਗੇ, ਉੱਪਰ ਨਹੀਂ ਦੇਖਣ ਦੀ ਲੋੜ। ਦੇਖੋ ਰਾਇਲ ਕਾਲਜ ਆਫ ਆਰਟ ਇਨ ਲੰਡਨ, ਠੀਕ ਆ, ਆਪਾਂ ਨੂੰ ਇੱਥੋਂ ਤੱਕ ਪਤਾ ਲੱਗ ਗਿਆ। ਹੁਣ ਆਪਾਂ ਜਿਹੜਾ ਇੱਥੋਂ ਸਟਾਰਟ ਕਰਾਂਗੇ, ਕਿਉਂਕਿ ਫੁੱਲ ਸਟਾਪ ਇੱਥੇ ਹੈ, ਅਤੇ ਆਪਾਂ ਐਟ ਤੋਂ ਸਟਾਰਟ ਕਰ ਲੈਂਦੇ ਹਾਂ। ਐਟ ਦ ਐਂਡ ਆਫ ਦੈਟ ਈਅਰ, ਠੀਕ ਆ, ਹੀ ਪਾਸ ਦ ਸਕਲਪਚਰ ਐਗਜ਼ਾਮੀਨੇਸ਼ਨ ਐਂਡ ਵਾਜ਼ ਅਵਾਰਡਡ ਅ ਸਕੋਲਰਸ਼ਿਪ ਟੂ ਦ ਰਾਇਲ ਕਾਲਜ ਆਫ ਆਰਟ ਇਨ ਲੰਡਨ, ਠੀਕ ਆ। ਉਹ ਕਹਿੰਦੇ ਜਦੋਂ ਉਹਨੇ ਦੂਸਰਾ ਸਾਲ, ਜਾਣੀ ਕਿ ਉਹ ਪਹਿਲਾਂ ਆਪਣੀ ਇੱਥੇ ਗੱਲ ਹੋਈ ਸੀ ਨਾ ਸੈਕਿੰਡ ਈਅਰ 'ਤੇ, ਉਹ ਕਹਿੰਦੇ ਜਦੋਂ ਉਹਨਾਂ ਨੇ ਦੂਸਰਾ ਸਾਲ ਪਾਸ ਕੀਤਾ, ਉਹਨਾਂ ਨੇ ਇੱਕ ਜਿਹੜੀ ਸਕੋਲਰਸ਼ਿਪ ਮਤਲਬ ਕਿ ਉਹਨਾਂ ਨੂੰ ਮਿਲੀ ਰਾਇਲ ਕਾਲਜ ਲੰਡਨ ਦੇ ਵਿੱਚ। ਅਤੇ ਇਨ ਸੈਪਟੈਂਬਰ 1921 he moved to London and began 3 year of advanced study in sculpture। ਦੇਖੋ ਆਪਾਂ ਨੂੰ ਵਰਡ ਤਾਂ ਮਿਲ ਗਿਆ ਸੀ ਰਾਇਲ ਕਾਲਜ ਆਫ ਆਰਟ, ਠੀਕ ਆ, ਉਹਦੇ ਸਕਲਪਚਰ ਦੀ ਵੀ ਗੱਲ ਕੀਤੀ ਹੈ, ਬਟ ਉਹਨਾਂ ਨੇ ਟੀਚਿੰਗ ਦੀ ਗੱਲ ਨਹੀਂ ਕੀਤੀ ਉਹਦੀ। ਇੱਥੇ ਉਹਨਾਂ ਨੇ ਗੱਲ ਇਹ ਕਹਿਤੀ ਕਿ ਸਕੋਲਰਸ਼ਿਪ, ਬਟ ਉਹਨਾਂ ਨੇ ਟੀਚਿੰਗ ਦੀ ਗੱਲ ਨਹੀਂ ਕੀਤੀ ਕਿ ਉਹਦੀ ਟੀਚਿੰਗ ਜੇ ਤਾਂ ਉਹਨੇ ਇੱਥੇ ਕਹਿੰਦੇ ਕਿ ਹਾਂਜੀ ਗੁੱਡ ਸੀ, ਐਕਸੀਲੈਂਟ ਸੀ, ਤਾਂ ਆਪਣਾ ਜਿਹੜਾ ਆਂਸਰ ਸੀ ਟਰੂ ਆ ਜਾਣਾ, ਠੀਕ ਹੈ। ਸਮਝਣ ਵਾਲੀ ਗੱਲ ਧਿਆਨ ਨਾਲ, ਜੇ ਇੱਥੇ ਉਹ ਕਹਿ ਦਿੰਦੇ ਆ ਨਾ ਕਿ ਵੀ ਜਿਹੜੀ ਉਹਦੀ ਮਤਲਬ ਟੀਚਿੰਗ ਸਕਿੱਲ ਸੀ ਐਕਸੀਲੈਂਟ ਨਹੀਂ ਸੀ, ਜਾਂ ਬੱਚੇ ਨਹੀਂ ਪਸੰਦ ਕਰਦੇ, ਕੁਛ ਵੀ ਆ ਹੈ ਨਾ, ਤਾਂ ਫਿਰ ਇੱਥੇ ਆਪਣੀ ਕੌਂਟਰਾਡਿਕਟ ਕਰ ਦੇਣੀ ਸੀ, ਫਾਲਸ ਆਇਆ ਸੀ। ਹੁਣ ਦੇਖੋ ਆਪਾਂ ਨੂੰ ਲੋਕੇਸ਼ਨ ਮਿਲ ਗਈ ਹੈ, ਜਿਹੜਾ ਨੋਟ ਗਿਵਨ ਹੁੰਦਾ ਨਾ ਉਹ ਇਸ ਤਰੀਕੇ ਨਾਲ ਹੁੰਦਾ, ਜਿਹੜੀ ਉਹਦੀ ਲੋਕੇਸ਼ਨ ਉਹ ਮਿਲ ਜਾਂਦੀ ਆ, ਠੀਕ ਆ, ਬਟ ਜਿਹੜੀ ਇਨਫੋਰਮੇਸ਼ਨ ਆ ਨਾ ਉਹ ਵਾਲੀ ਨਹੀਂ, ਇਨਫੋਰਮੇਸ਼ਨ ਨਹੀਂ ਮਿਲਦੀ, ਲੋਕੇਸ਼ਨ ਮਿਲ ਜਾਂਦੀ। ਹੁਣ ਲੋਕੇਸ਼ਨ ਤਾਂ ਆਪਾਂ ਨੂੰ ਮਿਲ ਗਈ ਸੀ, ਬਟ ਇਨਫੋਰਮੇਸ਼ਨ ਨਹੀਂ ਮਿਲੀ, ਸੋ ਜਿਹੜਾ ਆਪਣਾ ਆਂਸਰ ਆ ਗਿਆ ਨੋਟ ਗਿਵਨ, ਕਿਉਂਕਿ ਟੀਚਿੰਗ ਦੀ ਕੋਈ ਗੱਲ ਨਹੀਂ ਹੋਈ ਹੈਗੀ, ਤਾਂ ਇਸ ਲਈ ਆਪਣਾ ਆਂਸਰ ਕੀ ਆ ਗਿਆ ਨੋਟ ਗਿਵਨ, ਠੀਕ ਆ। ਹੁਣ ਆਪਣਾ ਜਿਹੜਾ ਨੈਕਸਟ ਦੇਖਦੇ ਹਾਂ ਆਪਣੇ ਕੋਲ ਫੋਰਥ, ਮੂਰੇ ਬਿਕਮ ਅਵੇਅਰ ਆਫ ਐਂਸੀਐਂਟ ਸਕਲਪਚਰ ਐਜ਼ ਅ ਰਿਜ਼ਲਟ ਆਫ ਵਿਜ਼ਿਟਿੰਗ ਦ ਲੰਡਨ ਮਿਊਜ਼ੀਅਮ, ਠੀਕ ਆ। ਤੋੜ ਕੇ ਪੜ੍ਹ ਲਓ, ਜੇ ਇੱਕ ਵਾਰੀ 'ਚ ਨਹੀਂ ਸਮਝ ਆਉਂਦਾ ਨਾ ਤੁਸੀਂ ਤੋੜ ਕੇ ਪੜ੍ਹ ਸਕਦੇ ਆ। ਉਹ ਕਹਿੰਦੇ ਮੂਰੇ ਜਦੋਂ ਅਵੇਅਰ ਹੋ ਗਿਆ ਸੀ ਸਕਲਪਚਰ ਦੀ ਹੈ ਨਾ ਬਾਰੇ, ਕਦੋਂ ਕਿ ਜਦੋਂ ਉਹਨੇ ਕਾਹਦਾ ਰਿਜ਼ਲਟ ਸੀਗਾ ਇਹ ਵੀ ਉਹਦੇ ਮਤਲਬ ਕਿ ਅਵੇਅਰਨੈਸ ਦੇ ਪਿੱਛੇ ਲੰਡਨ ਮਿਊਜ਼ੀਅਮ ਸੀਗਾ, ਜਦੋਂ ਲੰਡਨ ਮਿਊਜ਼ੀਅਮ ਜਾਨੀ ਵਿਜ਼ਿਟ ਕੀਤਾ ਉਹਨੇ, ਤਾਂ ਉਸ ਤੋਂ ਬਾਅਦ ਉਹਨੂੰ ਸਾਰਾ ਸਕਲਪਚਰ ਦਾ ਗਿਆਨ ਹੋ ਗਿਆ, ਠੀਕ ਆ। ਹੁਣ ਆਪਾਂ ਦੇਖਦੇ ਕਿ ਆਪਣੇ ਮਿਲਦਾ ਕਿੱਥੇ ਅਤੇ ਕੀ ਕਹਿੰਦਾ, ਜਿਹੜਾ ਆਪਾਂ ਨੂੰ ਪੈਸੇਜ ਦੀ ਇਨਫੋਰਮੇਸ਼ਨ ਕੀ ਕਹਿੰਦੀ ਆ। ਹੁਣ ਫਸਟਲੀ ਆਪਾਂ ਨੂੰ ਮਿਲ ਗਿਆ ਇੱਥੇ ਲੰਡਨ ਮਿਊਜ਼ੀਅਮ। ਹੁਣ ਆਪਾਂ ਮੇਨ ਜਿਹੜਾ ਕੀਵਰਡ ਤਾਂ ਆਪਣੇ ਕੋਲ ਲੰਡਨ ਮਿਊਜ਼ੀਅਮ ਬਣਦਾ, ਆਪਾਂ ਜਸਟ ਇਹ 'ਤੇ ਜਾਣਾ, ਠੀਕ ਆ। ਪੈਸੇਜ 'ਚ ਦੇਖਦੇ ਹਾਂ ਲੰਡਨ ਮਿਊਜ਼ੀਅਮ ਦੀ ਗੱਲ ਕਿੱਥੇ ਹੋਈ ਆ। ਦੇਖੋ ਆਪਣਾ ਇੱਥੋਂ ਤੱਕ ਤਾਂ ਹੋ ਗਿਆ, ਹੁਣ ਆਪਾਂ ਨੂੰ ਪਤਾ ਲੱਗ ਗਿਆ, ਉੱਪਰ ਤਾਂ ਬਿਲਕੁਲ ਨਹੀਂ ਪੜ੍ਹਨਾ, ਜਿਹੜਾ ਆਪਾਂ ਇਹ ਛੱਡ ਰਹੇ ਨਾ, ਹੁਣ ਆਪਾਂ ਨੂੰ ਇਹ ਪੜ੍ਹਨ ਦੀ ਲੋੜ ਨਹੀਂ, ਤਾਂ ਇਹ ਟਾਈਮ ਸੇਵ ਆ, ਠੀਕ ਆ। ਹੁਣ ਆਪਾਂ ਦੇਖਦੇ ਹਾਂ ਲੰਡਨ ਮਿਊਜ਼ੀਅਮ। ਦੇਖੋ ਆਪਾਂ ਨੂੰ ਲੰਡਨ ਮਿਊਜ਼ੀਅਮ ਮਿਲ ਗਿਆ। ਹੁਣ ਆਪਾਂ ਇੱਥੇ ਦੇਖਣਾ ਹੈਗਾ ਗਾ ਵੀ ਉਹ ਜਦੋਂ ਗਿਆ ਸੀ ਉਹਨੂੰ ਸਕਲਪਚਰ ਬਾਰੇ ਜਾਣਕਾਰੀ ਹੋਈ ਸੀ ਕਿ ਨਹੀਂ ਹੋਈ ਸੀ, ਠੀਕ ਆ। ਹੁਣ ਲੰਡਨ ਮਿਊਜ਼ੀਅਮ ਤਾਂ ਆਪਾਂ ਨੂੰ ਇੱਥੇ ਮਿਲ ਗਿਆ, ਠੀਕ ਆ। ਇੱਥੇ ਰਾਇਲ ਕਾਲਜ ਆ, ਉੱਥੇ ਆਪਾਂ ਨੂੰ ਕਿਹਾ ਸੀਗਾ ਉਹਨਾਂ ਨੇ ਕਿ ਜਿਹੜਾ ਲੰਡਨ ਮਿਊਜ਼ੀਅਮ ਦੇ ਵਿੱਚ ਉਹ ਜਦੋਂ ਜਾਂਦਾ ਵਾ ਹੈ ਨਾ, ਠੀਕ ਆ, ਤਾਂ ਉਦੋਂ ਉਹਨੂੰ ਜਿਹੜਾ ਸਕਲਪਚਰ ਦਾ ਸਾਰਾ ਗਿਆਨ ਹੁੰਦਾ ਵਾ। ਆਪਾਂ ਨੂੰ ਲੰਡਨ ਮਿਊਜ਼ੀਅਮ ਇੱਥੋਂ ਮਿਲ ਗਿਆ, ਤਾਂ ਆਪਾਂ ਇੱਥੋਂ ਪੜ੍ਹਨਾ ਸਟਾਰਟ ਕਰਾਂਗੇ, ਠੀਕ ਆ। ਅਲੋਂਗ ਸਾਈਡ ਦਾ ਇੰਸਟਰਕਸ਼ਨ ਹੀ ਰਿਸੀਵਡ ਐਟ ਦਾ ਰਾਇਲ ਕਾਲਜ, ਇੰਸਟਰਕਸ਼ਨ ਉਹਨੇ ਰਾਇਲ ਕਾਲਜ ਦੇ ਵਿੱਚ ਮਤਲਬ ਕਿ ਰਿਸੀਵ ਕੀਤੀਆਂ, ਉਹਨਾਂ ਨੂੰ ਮਿਲੀਆਂ। ਮੋਰ ਵਿਜ਼ਿਟਿੰਗ ਮੈਨੀ ਆਫ ਲੰਡਨ ਮਿਊਜ਼ੀਅਮਸ ਪਾਰਟੀਕੂਲਰਲੀ
ਕੋਲੇ ਇਨ ਦਾ ਬ੍ਰਿਟਿਸ਼ ਮਿਊਜ਼ੀਅਮ, ਠੀਕ ਆ। ਮੇਨਲੀ ਉਹ ਕਹਿੰਦੇ ਜਿਹੜੇ ਬ੍ਰਿਟਿਸ਼ ਮਿਊਜ਼ੀਅਮ ਲੰਡਨ ਦੇ ਵਿੱਚ ਹੈਗੇ ਆ, ਵਿਚ ਹੈਡ ਆ ਵਾਈਡ ਰੇਂਜਿੰਗ ਕਲੈਕਸ਼ਨ ਆਫ ਐਂਸ਼ੀਅੰਟ ਸਕਲਪਚਰ, ਠੀਕ ਆ। ਸਕਲਪਚਰ ਦੀ ਉਹਨਾਂ ਕੋਲ ਉਹ ਕਹਿੰਦੇ ਵਾਈਡ ਰੇਂਜ ਆ, ਠੀਕ ਆ, ਮਤਲਬ ਕਲੈਕਸ਼ਨ ਸੀ। ਡੂਰਿੰਗ ਦੀਜ਼ ਵਿਜ਼ਿਟਸ ਹੀ ਡਿਸਕਵਰ, ਠੀਕ ਆ। ਹੁਣ ਉਹ ਕਹਿੰਦੇ ਇਸ ਵਿਜ਼ਿਟਸ ਦੇ ਨਾਲ ਉਹਨੂੰ ਕੀ ਮਿਲਿਆ, ਹੀ ਡਿਸਕਵਰ ਦਾ ਪਾਵਰ ਐਂਡ ਬਿਊਟੀ ਆਫ ਐਂਸ਼ੀਅੰਟ ਐਗਿਪਸ਼ਨ ਐਂਡ ਅਫਰੀਕਨ ਸਕਲਪਚਰ, ਠੀਕ ਆ। ਉਹ ਕਹਿੰਦੇ ਹੀ ਡਿਸਕਵਰ ਦਾ ਪਾਵਰ ਵੀ ਉਹਨੇ ਡਿਸਕਵਰ ਕੀਤੀ ਅਤੇ ਬਿਊਟੀ ਆਫ ਐਂਸੀਡੈਂਟ, ਉਹਨਾਂ ਨੇ 2 ਨੇਮ ਦਿੱਤੇ, ਠੀਕ ਆ। ਉਹਦੀ ਕਾਇੰਡ ਸਕਲਪਚਰ ਦੀ ਕਾਇੰਡ ਦਿੱਤੀ ਹੈ, ਠੀਕ ਆ, ਅਫਰੀਕਨ ਐਂਡ ਐਗਿਪਸ਼ਨ। ਐਜ਼ ਹੀ ਬਿਕਮ ਇੰਕਰੀਜ਼ਲੀ ਇੰਟਰਸਟਡ ਇਨ ਦੀਜ਼, ਠੀਕ ਆ। ਬਸ ਆਪਣੀ ਇੱਥੋਂ ਤੱਕ ਗੱਲ ਹੋ ਗਈ ਆ। ਉਹ ਕਹਿੰਦੇ ਕਿ ਜਦੋਂ ਗਿਆ ਸੀਗਾ ਉਹਨੂੰ ਮਤਲਬ ਸਕਲਪਚਰ ਬਾਰੇ ਜਿਹੜਾ ਸਾਰਾ ਗਿਆਨ ਮਿਲ ਗਿਆ ਸੀ। ਹਾਂਜੀ, ਉਹਨਾਂ ਨੇ ਇੱਥੇ ਕਹਿ ਦਿੱਤਾ ਪਾਵਰ ਦਾ ਵੀ ਪਤਾ ਲੱਗ ਗਿਆ ਸੀ, ਬਿਊਟੀ ਦਾ ਵੀ ਪਤਾ ਲੱਗ ਗਿਆ ਸੀਗਾ ਸਕਲਪਚਰ ਬਾਰੇ। ਅਤੇ ਇਹ ਕਾਹਦਾ ਰਿਜ਼ਲਟ ਸੀਗਾ ਕਿ ਜਦੋਂ ਉਹ ਮਿਊਜ਼ੀਅਮ ਵਿੱਚ ਵਿਜ਼ਿਟ ਕੀਤਾ ਸੀਗਾ। ਤਾਂ ਹਾਂਜੀ, ਫਿਰ ਆਪਣੀ ਜਿਹੜੀ ਇਨਫੋਰਮੇਸ਼ਨ ਮੈਚ ਕਰਕੇ ਆਪਣਾ ਟਰੂ ਆਨਸਰ ਆ ਜਾਊਗਾ। ਨੈਕਸਟ ਆਪਣੇ ਕੋਲ ਹੈਗਾ ਗਾ ਦ ਟ੍ਰੈਕਡੋ ਮਿਊਜ਼ੀਅਮਸ ਮਿਆਨ ਸਕਲਪਚਰ ਅਟੈਕਟ ਆਫ ਲੋਟਸ ਆਫ ਪਬਲਿਕ ਇੰਟਰਸਟ, ਠੀਕ ਆ। ਇੱਕ ਉਹ ਕਹਿੰਦੇ ਮਿਊਜ਼ੀਅਮ ਦਾ ਜਿਹੜਾ ਮਿਆਨ ਸਕਲਪਚਰ ਆ, ਠੀਕ ਆ, ਉਹਦਾ ਸਕਲਪਚਰ ਉਹ ਅਟੈਕਟ ਕਰਦਾ ਪਬਲਿਕ ਨੂੰ, ਠੀਕ ਆ, ਪਬਲਿਕ ਦੇ ਇੰਟਰਸਟ ਨੂੰ। ਆਪਾਂ ਦੇਖਣਾ ਹੈਗਾ ਆਪਣਾ ਵਰਡ ਕੀ ਹੈਗਾ ਆਪਣਾ। ਹੁਣ ਤਾਂ ਇੱਕ ਮਿਲ ਗਿਆ ਟ੍ਰੈਕਡੋ ਮਿਊਜ਼ੀਅਮ, ਠੀਕ ਆ, ਇੱਕ ਪਬਲਿਕ ਇੰਟਰਸਟ ਮਿਲ ਜੇ ਆਪਾਂ ਨੂੰ। ਹੁਣ ਆਪਾਂ ਦੇਖਦੇ ਹਾਂ ਇੰਟਰਸਟ ਮਿਲ ਜੇ, ਇੱਥੋਂ ਤੱਕ ਤਾਂ ਆਪਣਾ ਹੋ ਗਿਆ ਸੀ ਆਲਰੇਡੀ। ਹੁਣ ਆਪਾਂ ਦੇਖਦੇ ਹੈਗੇ ਆਪਾਂ ਨੂੰ ਕਿੱਥੇ ਮਿਲਦਾ ਹੈਗਾ। ਦੇਖੋ ਮਿਊਜ਼ੀਅਮ ਦਾ ਨੇਮ ਆਪਾਂ ਨੂੰ ਇੱਥੇ ਮਿਲ ਗਿਆ ਇਨ ਪੈਰਿਸ ਵਿੱਚ, ਠੀਕ ਆ। ਇੱਥੋਂ ਪੜ੍ਹਨਾ ਸਟਾਰਟ ਕਰਦੇ ਆਪਾਂ। ਵੈਨ ਹੀ ਵਿਜ਼ਿਟ ਦ ਟ੍ਰੈਕਡੋ ਮਿਊਜ਼ੀਅਮ ਇਨ ਪੈਰਿਸ, ਠੀਕ ਆ। ਜਦੋਂ ਪੈਰਿਸ ਦੇ ਵਿੱਚ ਉਹ ਕਹਿੰਦੇ ਗਿਆ, ਹੀ ਵਾਜ਼ ਇੰਪ੍ਰੈਸਡ ਬਾਈ ਦਾ ਕਾਸਟ ਆਫ ਅ ਮਿਆਨ ਸਕਲਪਚਰ ਆਫ ਦ ਰੇਨ ਸਪਿਰਿਟ, ਠੀਕ ਆ। ਬਸ ਇੱਥੇ ਤੱਕ ਆਪਣੀ ਗੱਲ ਹੋਈ। ਇਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਲਾਈਨਸ ਦੇ ਵਿੱਚ ਜਿਹੜਾ ਮਿਊਜ਼ੀਅਮ ਦਾ ਨੇਮ ਤਾਂ ਦੱਸਦਾ, ਬਟ ਉਹਦੇ ਬਾਰੇ ਤਾਂ ਹੋਰ ਹੀ ਗੱਲ ਕਰ ਰਹੇ। ਉਹ ਕਹਿੰਦੇ ਵੀ ਉਹ ਇੰਪ੍ਰੈਸ ਹੋਇਆ ਸੀਗਾ, ਠੀਕ ਆ। ਬਟ ਉਹਨਾਂ ਨੇ ਇੱਥੇ ਇੰਟਰਸਟ ਦੀ ਗੱਲ ਨਹੀਂ ਕੀਤੀ ਕਿ ਉਹਦਾ ਜਿਹੜਾ ਇੰਟਰਸਟ ਸੀਗਾ ਪਬਲਿਕ ਦਾ ਇੰਟਰਸਟ ਦੀ ਕੋਈ ਗੱਲ ਨਹੀਂ ਹੋਈ। ਤਾਂ ਇੱਥੇ ਆਪਣਾ ਆਨਸਰ ਆ ਜਾਊਗਾ ਨੋਟ ਗਿਵਨ, ਠੀਕ ਆ। ਦੇਖੋ ਆਪਾਂ ਨੂੰ ਫਿਰ ਲੋਕੇਸ਼ਨ ਮਿਲ ਗਈ ਆ ਬਟ ਇਨਫੋਰਮੇਸ਼ਨ ਨਹੀਂ ਮਿਲੀ। ਦੋਨਾਂ ਚੀਜ਼ਾਂ ਵਿੱਚ ਫਰਕ ਆ ਲੋਕੇਸ਼ਨ ਐਂਡ ਇਨਫੋਰਮੇਸ਼ਨ ਵਿੱਚ। ਲੋਕੇਸ਼ਨ ਨੋਟ ਗਿਵਨ ਦੀ ਮਿਲਦੀ ਆ ਬਟ ਇਨਫੋਰਮੇਸ਼ਨ ਨਹੀਂ ਮਿਲਦੀ, ਠੀਕ ਆ। ਤਾਂ ਆਪਣਾ ਜਿਹੜਾ ਆਨਸਰ ਆ ਗਿਆ ਨੋਟ ਗਿਵਨ, ਠੀਕ ਆ। ਹੁਣ ਆਪਾਂ ਕੋਲ ਨੈਕਸਟ ਹੈਗਾ ਮੂਰੇ ਥਾਊਟ ਦੈਟ ਮਿਆਨ ਸਕਲਪਚਰ ਵਾਜ਼ ਸਿਮਿਲਰ ਇਨ ਸਰਟਨ ਰਿਸਪੈਕਟ ਟੂ ਅਦਰ ਸਟੋਨ ਸਕਲਪਚਰ, ਠੀਕ ਆ। ਉਹ ਕਹਿੰਦੇ ਜਿਹੜਾ ਸਟੋਨ ਸਕਲਪਚਰ ਵਿੱਚ ਉਹਨੇ ਉਹ ਸੋਚਦਾ ਕਿ ਜਿਹੜਾ ਮਿਆਨ ਸਕਲਪਚਰ ਆ ਉਹ ਸਿਮਿਲਰ ਹੀ ਆ, ਠੀਕ ਆ, ਮਤਲਬ ਕਿ ਸਰਟਨ ਰਿਸਪੈਕਟ ਵਿੱਚ ਟੂ ਅਦਰ ਸਟੋਨ ਸਕਲਪਚਰ, ਠੀਕ ਆ। ਹੁਣ ਆਪਣੇ ਕੋਲ ਮੇਨ ਹੈਗਾ ਵਰਡ ਸਟੋਨ ਸਕਲਪਚਰ, ਠੀਕ ਆ, ਐਂਡ ਮਿਆਨ ਸਕਲਪਚਰ। ਆਪਾਂ ਦੋਨੋਂ ਚੱਲਦੇ ਹਾਂ, ਇਹਨਾਂ ਦੋਨਾਂ ਵਰਡਸ ਨੂੰ ਆਪਾਂ ਜਿੱਥੇ ਆਪਾਂ ਨੂੰ ਮਿਲ ਗਏ ਉੱਥੇ ਆਪਣੀ ਜਿਹੜੀ ਲੋਕੇਸ਼ਨ ਹੋਊਗੀ। ਇੱਥੋਂ ਤੱਕ ਤਾਂ ਆਪਣਾ ਹੋ ਗਿਆ ਸੀ ਨਾ ਇੰਪ੍ਰੈਸ ਤੱਕ, ਹੈ ਨਾ। ਹੁਣ ਆਪਾਂ ਦੇਖ ਲਈਏ ਅੱਗੇ ਕੀ ਆਪਣਾ ਕਹਿੰਦਾ ਹੈ। ਦੇਖੋ ਸਟੋਨ ਆਪਾਂ ਨੂੰ ਮਿਲ ਗਿਆ, ਸਟੋਨ ਸਕਲਪਚਰ, ਤੇ ਆਪਾਂ ਨੂੰ ਇੱਥੇ ਮਿਆਨ ਸਕਲਪਚਰ ਵੀ ਮਿਲ ਗਿਆ, ਠੀਕ ਆ। ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਇਟ ਵਾਜ਼ ਮੇਲ ਆ, ਮਿਆਨ ਸਕਲਪਚਰ ਦੀ ਗੱਲ ਹੋ ਰਹੀ, ਇੱਥੇ ਸਟੋਨ ਸਕਲਪਚਰ ਦੀ ਗੱਲ ਹੋ ਰਹੀ ਆ। ਆਪਣਾ ਜਿਹੜਾ ਉਤਲਾ ਹੋਇਆ ਇਹਨੂੰ ਕਾਂਡੀ ਕਰਕੇ ਦੇਖ ਲਿਓ ਨੇ। ਇਟ ਵਾਜ਼ ਅ ਮੇਲ ਰਿਕਲਾਈਨਿੰਗ ਫਿਗਰ ਵਿਦ ਦ ਨੀਜ਼ ਡਰਾਨ ਅਪ ਟੂਗੈਦਰ, ਠੀਕ ਆ। ਕਿਹਦੀ ਗੱਲ ਹੋ ਰਹੀ, ਮਿਆਨ ਸਕਲਪਚਰ ਦੀ ਗੱਲ ਹੋ ਰਹੀ। ਐਂਡ ਇਟ ਇਜ਼ ਹੈਡ ਐਟ ਦ ਰਾਈਟ ਐਂਗਲ ਆਫ ਇਟਸ ਬੋਡੀ, ਠੀਕ ਆ। ਉਹ ਕਹਿੰਦੇ ਬੋਡੀ ਇਹਦੇ ਰਾਈਟ ਐਂਗਲ ਦੇ, ਕੁਛ ਵੀ ਆਪਾਂ ਨੂੰ ਨਹੀਂ ਪਤਾ ਨਾ, ਕੋਈ ਨੌਲੇਜ ਨਹੀਂ ਹੈਗੀ। ਸਕਲਪਚਰ ਵਿੱਚ ਮੂਰਤੀਆਂ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਇਹਦੇ 'ਚ ਮੂਰੇ ਬਿਕਮ ਫੈਸਟੀਨੇਟਡ ਵਿਦ ਹਿਸ ਸਟੋਨ ਸਕਲਪਚਰ, ਠੀਕ ਆ। ਵੈਨ ਹੀ ਥਾਊਟ ਹੈਡ ਅ ਪਾਵਰ ਐਂਡ ਓਰੀਜਨੈਲਿਟੀ ਦੈਟ ਨੋ ਅਦਰ ਸਟੋਨ ਸਕਲਪਚਰ, ਠੀਕ ਆ। ਉਹ ਕਹਿੰਦੇ ਵੀ ਜਿਹੜੇ ਉਹਦੇ ਵਿੱਚ ਹੈਗੀ ਆ ਨਾ, ਮਤਲਬ ਕਿ ਪੋਸੈਸਡ, ਉਹ ਕਹਿੰਦੇ ਜਿਹੜੇ ਸਟੋਨ ਸਕਲਪਚਰ ਦੀ ਜਿਹੜੀ ਓਰੀਜਨੈਲਿਟੀ ਉਹ ਮਤਲਬ ਕਿ ਹੋਰ ਵਿੱਚ ਹੈ ਹੀ ਨਹੀਂ ਹੈਗੀ, ਠੀਕ ਆ। ਜਾਣੀ ਕਿ ਦੋਨੋਂ ਵੱਖਰੇ ਵੱਖਰੇ, ਅਤੇ ਇੱਥੇ ਉਹਨਾਂ ਨੇ ਆਪਣੇ ਸਿਮਿਲਰ ਨਹੀਂ ਕਿਹਾ, ਉਹਨਾਂ ਨੇ ਤਾਂ ਸਗੋਂ ਇਹ ਕਿਹਾ ਕਿ ਉਹ ਹੋਰ ਵਿੱਚ ਜਿਹੜੀ ਹੈ ਨਹੀਂ ਗੀ ਓਰੀਜਨੈਲਿਟੀ ਐਂਡ ਪਾਵਰ। ਅਤੇ ਜਿਹੜਾ ਆਪਣਾ ਆਨਸਰ ਕੀ ਆ ਗਿਆ, ਕੰਟਰੈਕਟ ਕਰ ਗਿਆ। ਅਤੇ ਫਿਰ ਆਪਣਾ ਆਨਸਰ ਕੀ ਬਣਦਾ ਇੱਥੇ, ਫਾਲਸ, ਠੀਕ ਆ। ਉਹ ਹੁਣ ਆਪਣੇ ਕੋਲ ਲਾਸਟ ਰਹਿ ਗਿਆ, ਇਹਨੂੰ ਚੰਗੀ ਤਰ੍ਹਾਂ ਇੱਕ ਆਪਾਂ ਐਕਸਪਲੇਨ ਕਰਾਂਗੇ। ਜਿਹੜੇ ਆਪਾਂ ਕੀਤੇ ਉਹਨਾਂ ਤੋਂ ਵੀ ਜ਼ਿਆਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਸਮਝਾਂਗੇ। ਦ ਆਰਟਿਸਟ ਹੂ ਬਿਲੋਂਗ ਟੂ ਯੂਨਿਟ 1, ਕਿਹੜੇ ਆਰਟਿਸਟ ਜਿਹੜੇ ਯੂਨਿਟ 1 ਨੂੰ ਬਿਲੋਂਗ ਕਰਦੇ ਆ, ਵਾਂਟਿਡ ਟੂ ਮੇਕ ਮੋਡਰਨ ਆਰਟ ਐਂਡ ਆਰਕੀਟੈਕਚਰ ਮੋਰ ਪੋਪੂਲਰ। ਉਹ ਕੀ ਕਹਿੰਦੇ ਆ, ਉਹ ਚਾਹੁੰਦੇ ਸੀਗੇ ਕਿ ਜਿਹੜਾ ਮੋਡਰਨ ਆਰਟ ਨੂੰ ਅਤੇ ਆਰਕੀਟੈਕਚਰ ਨੂੰ
ਪੋਪੂਲਰ ਕਰਨਾ, ਠੀਕ ਆ। ਤਾਂ ਹੁਣ ਦੇਖ ਲੈਂਦੇ ਆਪਾਂ ਯੂਨਿਟ 1 ਆਪਣੇ ਕੋਲ ਵਰਡ ਹੈਗਾ ਯੂਨਿਟ 1, ਠੀਕ ਆ। ਆਪਾਂ ਕੀਵਰਡ ਲੈਣਾ ਯੂਨਿਟ 1, ਤਾਂ ਆਪਾਂ ਪੈਸਿਸ 'ਤੇ ਚੱਲਦੇ ਹਾਂ। ਦੇਖੋ ਆਪਣਾ ਇੱਥੋਂ ਤੱਕ ਤਾਂ ਹੋ ਗਿਆ ਸੀਗਾ, ਠੀਕ ਆ। ਹੁਣ ਆਪਾਂ ਯੂਨਿਟ 1 ਦੇਖ ਲਈਏ, ਆਪਾਂ ਨੂੰ ਯੂਨਿਟ 1 ਮਿਲ ਗਿਆ। ਜਦੋਂ ਤੁਸੀਂ ਇੱਕ ਜਿਹੜਾ ਕੀਵਰਡ ਹੈ ਨਾ ਉੱਥੋਂ ਰੱਖੋਗੇ ਦਿਮਾਗ ਵਿੱਚ ਵੀ ਹਾਂਜੀ ਇਹ ਵਾਲਾ ਲੱਭਣਾ, ਤਾਂ ਬੜੀ ਜਲਦੀ ਲੱਭਦਾ ਹੈਗਾ ਗਾ। ਹੁਣ ਯੂਨਿਟ 1 ਆਪਾਂ ਨੂੰ ਇੱਥੇ ਮਿਲ ਗਿਆ। ਆਪਣਾ ਫੁੱਲ ਸਟਾਪ ਕਿੱਥੇ ਆਪਾਂ ਦੇ ਦਿਓ, ਫੁੱਲ ਸਟਾਪ ਆਪਣੇ ਕੋਲ ਇੱਥੇ, ਅਤੇ ਹੁਣ ਆਪਾਂ ਇੱਥੋਂ ਸਟਾਰਟ ਕਰਨਾ, ਠੀਕ ਹੈ। ਇਨ 1933 ਹੀ ਬਿਕਮ ਅ ਮੈਂਬਰ ਆਫ ਗਰੁੱਪ ਆਫ ਯੰਗ ਆਰਟਿਸਟ। ਹੀ ਕਿਹਦੇ ਲਈ ਯੂਜ਼ ਕਰ ਰਹੇ ਆ, ਹੈਨਰੀ ਮੁਰੇ ਲਈ ਯੂਜ਼ ਕਰ ਰਹੇ ਆ, ਠੀਕ ਆ। ਯੂਨਿਟ 1 ਕਿਉਂਕਿ ਉਹਦੀ ਗੱਲ ਹੋ ਰਹੀ ਨਾ, ਆਪਾਂ ਪੈਸਿਸ ਦਾ ਨੇਮ ਉਹਦਾ ਸੀਗਾ, ਠੀਕ ਆ। ਦ ਏਮ ਆਫ ਦਾ ਗਰੁੱਪ ਦਾ ਏਮ ਕੀ ਸੀਗਾ, ਜਿਹੜੇ ਮਤਲਬ ਕਿ ਆਰਟਿਸਟ ਯੰਗ ਆਰਟਿਸਟ ਕਾਲ ਯੂਨੀ ਉਹ ਉਸ ਦਾ ਮੈਂਬਰ ਬਣ ਗਿਆ, ਉਹਨਾਂ ਮਤਲਬ ਉਸ ਗਰੁੱਪ ਦਾ ਜਿੱਥੇ ਯੰਗ ਆਰਟਿਸਟ ਸੀਗੇ, ਤਾਂ ਕਾਲਜ ਯੰਗ ਆਰਟਿਸਟ ਦਾ ਜਿਹੜਾ ਗਰੁੱਪ ਸੀਗਾ ਉਹਨਾਂ ਦਾ ਉਹ ਮੈਂਬਰ ਬਣ ਗਿਆ, ਜਿਨ੍ਹਾਂ ਨੂੰ ਕੀ ਕਹਿੰਦੇ ਸੀ, ਯੂਨਿਟ 1 ਕਹਿੰਦੇ ਸੀਗੇ, ਠੀਕ ਆ। ਦ ਏਮ ਆਫ ਦਾ ਗਰੁੱਪ ਦਾ ਏਮ ਕੀ ਸੀ, ਵਾਸ ਟੂ ਕਨਵਿੰਸ ਦਾ ਇੰਗਲਿਸ਼ ਪਬਲਿਕ, ਠੀਕ ਆ, ਉਹਨਾਂ ਨੂੰ ਆਫ ਮੈਰਿਟਸ ਆਫ ਦਾ ਇਮਰਜਿੰਗ ਇੰਟਰਨੈਸ਼ਨਲ ਮੂਵਮੈਂਟ ਇਨ ਮਾਡਰਨ ਆਰਟ ਐਂਡ ਆਰਕੀਟੈਕਚਰ। ਕਨਵਿੰਸ ਕਰਨਾ ਸੀ ਜਿਹੜੇ ਇੰਗਲਿਸ਼ ਪਬਲਿਕ ਸੀਗੀ, ਠੀਕ ਆ, ਉਹਨਾਂ ਨੂੰ ਜਿਹੜੇ ਮੈਰਿਟਸ ਉਹਨਾਂ ਦੇ ਜਿਹੜੇ ਮੈਰਿਟ ਜਾਣੀ ਕਿ ਮੈਰਿਟ ਹੁੰਦਾ ਚੰਗੇ ਵਾਲੀ ਜਿਹੜੀ ਸਾਈਡ ਹੁੰਦੀ ਆ, ਆਫ ਦਾ ਇਮਰਜਿੰਗ ਇੰਟਰਨੈਸ਼ਨਲ ਮੂਵਮੈਂਟ ਇਨ ਮਾਡਰਨ ਆਰਟ, ਜਿਹੜੀ ਮਾਡਰਨ ਆਰਟ ਦੀਆਂ ਨੇ ਚੰਗਿਆਈਆਂ ਦੇ ਆਰਕੀਟੈਕਚਰ ਬਾਰੇ ਉਹਨਾਂ ਨੂੰ ਕਨਵਿੰਸ ਕਰਨਾ ਸੀਗਾ ਇੰਗਲਿਸ਼ ਪਬਲਿਕ ਨੂੰ। ਤਾਂ ਫਿਰ ਕੀ ਉਹਨਾਂ ਦੇ ਏਮ ਸੀਗੇ, ਇਹੀ ਏਮ ਸੀ ਨਾ। ਫਿਰ ਆਪਣਾ ਆਨਸਰ ਜਿਹੜਾ ਬਿਲਕੁਲ ਇਨਫੋਰਮੇਸ਼ਨ ਟਰੂ ਕਰ ਗਈ ਹੈਗੀ ਆ, ਬਿਲਕੁਲ ਮੈਚ ਹੋ ਗਈ ਹੈ। ਦੇਖੋ ਹੁਣ ਉਹਨਾਂ ਨੇ ਇੱਥੇ ਵੀ ਉਹਨਾਂ ਨੇ ਪੋਪੂਲਰ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਇੰਗਲਿਸ਼ ਜਿਹੜੀ ਪਬਲਿਕ ਦੇ ਸੀਗਾ, ਤਾਂ ਜਿਹੜਾ ਆਪਣਾ ਆਨਸਰ ਆ ਗਿਆ ਟਰੂ। ਦੇਖੋ ਆਪਾਂ ਜੇ ਓਵਰਆਲ ਦੀ ਗੱਲ ਕਰੀਏ, ਆਪਾਂ ਫਸਟ ਜਿਹੜਾ ਆਪਾਂ ਕੋਈ ਵੀ ਆਪਣੇ ਕੋਲ ਟਰੂ ਫਾਲਸ ਕਿਸੇ ਵੀ ਤਰ੍ਹਾਂ ਦਾ ਹੁੰਦਾ, ਆਪਾਂ ਨੂੰ ਨਹੀਂ ਪਤਾ ਫਾਲਸ ਨਾਟ ਗਿਵਨ ਹੈ ਨਾ ਟਰੂ, ਆਪਾਂ ਇਹ ਦੇਖਣਾ ਸਰਚ ਕਰਨਾ ਕਿ ਟਰੂ ਹੈ ਜਾਂ ਫਾਲਸ ਹੈ ਜਾਂ ਨਾਟ ਗਿਵਨ ਹੈ। ਤਾਂ ਜਸਟ ਕੀਵਰਡ ਲੈਣਾ ਹੈਗਾ, ਆਪਾਂ ਪੈਸਿਸ 'ਤੇ ਚੱਲਣਾ। ਜਦੋਂ ਆਪਾਂ ਨੂੰ ਲੋਕੇਸ਼ਨ ਮਿਲ ਗਈ ਤਾਂ ਫਿਰ ਆਨਸਰ ਆਟੋਮੈਟਿਕਲੀ ਮਿਲ ਜਾਏਗਾ। ਲੋਕੇਸ਼ਨ ਮਿਲੀ, ਉੱਥੋਂ ਜਿਹੜੇ 1 ਜਾਂ 2 ਲੈਣਾ ਪੈਣੀਆਂ, ਓਵਰ ਰੀਡ ਨਹੀਂ ਕਰਨਾ। ਜਦੋਂ ਓਵਰ ਰੀਡ ਕਰਦੇ ਹਾਂ ਆਪਾਂ ਹੈ ਨਾ ਫਿਰ ਕਨਫਿਊਜ਼ ਹੁੰਦੇ ਹਾਂ, ਜਦੋਂ ਕਿਉਂਕਿ ਲੋਕੇਸ਼ਨ ਕਿਤੇ ਹੋਰ ਹੁੰਦੀ ਹੈ, ਆਪਾਂ ਪੜ੍ਹ ਕਿਤੇ ਹੋ ਰਹੇ ਨੇ, ਤਾਂ ਓਬਵੀਅਸਲੀ ਜਿਹੜਾ ਆਨਸਰ ਆਪਣਾ ਗਲਤ ਹੀ ਹੋਊਗਾ, ਹੈ ਨਾ। ਅਤੇ ਐਕੂਰੇਟ ਜਿਹੜੀ ਲੋਕੇਸ਼ਨ ਉਹ ਕੀਵਰਡਸ ਦੀ ਹੈਲਪ ਨਾਲ ਮਿਲਦੀ ਹੈਗੀ। ਉਸ ਤੋਂ ਬਾਅਦ ਤੁਸੀਂ ਉਹਨੂੰ ਚੰਗੀ ਤਰ੍ਹਾਂ ਪੜ੍ਹੋ, ਹੈ ਨਾ, ਠੀਕ ਆ। ਅਤੇ ਫਿਰ ਉਹਦੇ ਵਿੱਚ ਜਿਹੜਾ ਟਰੂ ਲੱਗਦਾ ਤਾਂ ਤੁਸੀਂ ਟਰੂ ਲਓ, ਫਾਲਸ ਲੱਗਦਾ ਤਾਂ ਫਾਲਸ ਲਓ। ਬਟ ਇਹਦੇ ਵਿੱਚ ਇਹ ਹੈਗਾ ਕਿ ਤੁਸੀਂ ਕੁਐਸਚਨ ਵੀ ਚੰਗੀ ਤਰ੍ਹਾਂ ਪੜ੍ਹਿਆ ਹੋਵੇ ਅਤੇ ਜਿਹੜੀ ਇਨਫੋਰਮੇਸ਼ਨ ਉਹ ਵੀ ਚੰਗੀ ਤਰ੍ਹਾਂ ਪੜ੍ਹੀ ਹੋਵੇ। ਥੈਂਕਸ ਫॉर ਵਾਚਿੰਗ। ਵੀਡੀਓ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਐਂਡ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।